ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖਦੇ ਹੋਏ ਸਾਰੇ ਹੀ ਦੋਸਤਾਂ ਮਿੱਤਰਾਂ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਹਮੇਸ਼ਾ ਦੀ ਤਰ੍ਹਾਂ ਅਸੀਂ ਫੇਰ ਤੁਹਾਡੇ ਨਾਲ ਹਾਜ਼ਰ ਹੋ ਰਹੇ ਹਾਂ ਪ੍ਰੋਗਰਾਮ ਗਰਾਊਂਡ ਜ਼ੀਰੋ ਦੇ ਵਿੱਚ। ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹਰੇਕ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਅੱਜ ਅਸੀਂ ਚਰਚਾ ਕਰਾਂਗੇ ਟੂਲ ਕਿੱਟ ਦਾ ਜਿਹੜਾ ਵਿਸ਼ਾ ਹੈ ਉਹ ਕੀ ਹੈ, ਕੀ ਚਰਚਾ ਚੱਲ ਰਹੀ ਹੈ, ਉਹਦੇ ਬਾਰੇ ਅਸੀਂ ਡਿਸਕਸ ਵੀ ਕਰਾਂਗੇ। ਤਾਮਿਲਨਾਡੂ ਦੇ ਵਿੱਚ 10ਵੀਂ ਗ੍ਰੇਡ ਨਾਲ ਸੰਬੰਧਿਤ ਕੀ ਖਬਰ ਹੈ ਸਾਡੇ ਕੋਲ, ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ। ਔਰ ਪਗੜੀ ਸੰਭਾਲ ਜੱਟਾ ਲਹਿਰ ਦੇ ਕਿਸਾਨਾਂ ਵੱਲੋਂ ਕਿਵੇਂ ਮਨਾਇਆ ਜਾ ਰਿਹਾ ਤੇ ਕਿਉਂ ਮਨਾਇਆ ਜਾ ਰਿਹਾ, ਉਹ ਵੀ ਤੁਹਾਡੇ ਨਾਲ ਅਸੀਂ ਇਸ ਚਰਚਾ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ। ਤੇ ਅੱਜ ਫਿਰ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਰਦਾਰ MP ਸਿੰਘ ਜੀ। ਆਓ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਭਿੰਡਰ ਸਾਹਿਬ। ਤੁਸੀਂ ਹਮੇਸ਼ਾ ਸਾਡੇ ਲਈ ਦਰਸ਼ਕਾਂ ਦੇ ਲਈ ਟਾਈਮ ਕੱਢਦੇ ਹੋ। ਅਸੀਂ ਤੁਹਾਡਾ ਤਹਿ ਦਿਲੋਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ। ਤੁਹਾਡਾ ਵੀ ਧੰਨਵਾਦ, ਤੁਸੀਂ ਮੈਨੂੰ ਸਮਾਂ ਦਿੰਦੇ ਹੋ ਤੇ ਮੈਂ ਆਪਣਾ ਫਰਜ਼ ਸਮਝਦਾ ਕਿ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੁੰਦੀ ਆ ਮੈਂ ਵੌਇਸ ਆਫ ਇੰਡੀਆ ਦੇ ਦਰਸ਼ਕਾਂ ਵਾਸਤੇ ਉਹ ਜ਼ਰੂਰ ਸਾਂਝੀ ਕਰਾਂ। ਗਰਾਊਂਡ ਜ਼ੀਰੋ ਤੋਂ ਅਸੀਂ ਤੁਹਾਡੇ ਨਾਲ ਫਿਰ ਅੱਜ ਚਰਚਾ ਕਰਨ ਦੇ ਲਈ ਤੁਹਾਨੂੰ ਅਸੀਂ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਾਂ। ਜੋ ਵੀ ਪਲ ਪਲ ਦੀ ਖਬਰ ਹੁੰਦੀ ਆ ਅਸੀਂ ਹਮੇਸ਼ਾ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ। ਤੇ ਹੁਣ ਨਵਾਂ ਇੱਕ ਵਿਵਾਦ ਕਹਿ ਸਕਦੇ ਹਾਂ, ਨਵੀਂ ਚਰਚਾ ਦਾ ਵਿਸ਼ਾ ਬਣ ਰਹੀ ਹੈ ਇੱਕ ਟੂਲ ਕਿੱਟ। ਕੀ ਉਹਦਾ ਕੀ ਕਹਾਣੀ ਕੀ ਆ, ਉਹਦੇ ਪਿੱਛੇ ਕੀ ਚੱਲ ਰਿਹਾ, ਤੇ ਉਹ ਸਾਡੇ ਦਰਸ਼ਕਾਂ ਦੇ ਨਾਲ ਇੱਕ ਵਾਰੀ ਸਾਂਝਾ ਜ਼ਰੂਰ ਕਰੋ ਜੀ। ਟੂਲ ਕਿੱਟ ਐਕਚੁਅਲੀ ਇੱਕ ਨਵਾਂ ਨਾਂ ਹਾਂਜੀ ਸਾਡੇ ਵਾਸਤੇ, ਸਾਰਿਆਂ ਵਾਸਤੇ। ਟੂਲ ਕਿੱਟ ਅਸੀਂ ਸਮਝਦੇ ਵੀ ਜਿੱਦਾਂ ਘਰਾਂ 'ਚ ਸਾਰਿਆਂ 'ਚ ਟੂਲ ਕਿੱਟ ਪਈ ਹੁੰਦੀ ਹੈ, ਪੇਜ ਪਲਾਸ ਚਾਬੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਹਾਂਜੀ, ਟੂਲ ਕਿੱਟ ਇੱਕ ਨਵਾਂ ਲਫ਼ਜ਼ ਆਜ਼ਾਦ ਕਦੋਂ ਹੋਇਆ ਸੀਗਾ, ਜਦੋਂ ਪਿਛਲੇ ਸਾਲ ਅਮਰੀਕਾ ਦੇ ਵਿੱਚ ਇੱਕ ਪੁਲਿਸ ਦੇ ਸਿਪਾਹੀ ਵੱਲੋਂ ਇੱਕ ਅਫਰੀਕਨ ਵਿਅਕਤੀ ਨੂੰ ਉਹਦੀ ਧੌਣ ਤੇ ਗੋਡਾ ਰੱਖ ਕੇ ਮਾਰ ਦਿੱਤਾ ਗਿਆ ਸੀ। ਬਿਲਕੁਲ, ਟੂਲ ਕਿੱਟ ਅਸਲ 'ਚ ਉੱਥੋਂ ਸ਼ੁਰੂ ਹੋਈ। ਇਸ ਤੋਂ ਪਹਿਲਾਂ ਟੂਲ ਕਿੱਟ ਦਾ ਨਾਂ ਨਹੀਂ ਸੀ ਹੈਗਾ ਜੀ। ਜੇ ਹੋਊਗਾ ਤੇ ਇੰਨਾ ਪਾਪੂਲਰ ਨਹੀਂ ਸੀ। ਹਾਂਜੀ, ਉਸ ਟੂਲ ਕਿੱਟ ਐਕਚੁਅਲੀ ਇੱਕ ਕਿਸਮ ਦਾ ਜਿੱਦਾਂ WhatsApp ਗਰੁੱਪ ਹੈ ਜਾਂ ਹੋਰ ਗਰੁੱਪ ਹੁੰਦੇ ਆ, ਟੈਲੀਗ੍ਰਾਮ ਹੈ, ਇੱਕ ਦੋ ਹੋਰ ਇੱਦਾਂ ਦੇ ਨਾਂ ਜਿਹੜੇ ਮੈਨੂੰ ਨਹੀਂ ਧਿਆਨ, ਇਹ ਇਸ ਤਰੀਕੇ ਦਾ ਹੁੰਦਾ ਜਿਹਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਜੀ। ਕੋਈ ਵੀ ਕਰ ਸਕਦਾ, ਗਰੁੱਪ ਹੈ ਕਿਸਮ ਦਾ। ਬਿਲਕੁਲ ਠੀਕ ਹੈ ਜੀ। ਔਰ ਇਹ ਉਸ ਸਮੇਂ ਜਦੋਂ ਮੈਂ ਦੱਸਿਆ ਪਿਛਲੇ ਸਾਲ ਇੱਦਾਂ ਚੱਲਿਆ ਤੇ ਬੜਾ ਪਾਪੂਲਰ ਹੋਇਆ। ਬਹੁਤ ਸਾਰੇ ਉਹ ਲੋਕ ਜਿਹੜੇ ਇਨਸਾਫ ਪਸੰਦ ਹੈ, ਜਿਹੜੇ ਸਮਝਦੇ ਆ ਕਿ ਮਨੁੱਖਤਾ ਦੇ ਲਈ, ਮਾਨਵਤਾ ਦੇ ਲਈ, ਲੋਕਾਂ ਲਈ ਕੰਮ ਕਰਨਾ ਚਾਹੀਦਾ, ਉਹ ਇਹਦੇ ਨਾਲ ਜੁੜ ਗਏ। ਖਾਸ ਕਰਕੇ ਨੌਜਵਾਨ ਤਬਕਾ ਜਿਹੜਾ ਸੀ ਉਹ ਬਹੁਤ ਵੱਡੇ ਪੱਧਰ ਤੇ ਜੁੜਿਆ। ਔਰ ਇਹਦੇ ਜਿਹੜੇ ਜਿਸ ਤਰੀਕੇ ਦੇ ਨਾਲ ਇਹਨੇ ਕੰਮ ਕਰਨਾ ਸ਼ੁਰੂ ਕੀਤਾ, ਇਹ ਆਵਾਜ਼ ਮਿੰਟਾਂ ਸਕਿੰਟਾਂ 'ਚ, ਪਲਾਂ ਵਿੱਚ ਪੂਰੀ ਦੁਨੀਆ 'ਚ ਪਹੁੰਚ ਜਾਂਦੀ। ਇਹ ਟੂਲ ਕਿੱਟ ਦਾ ਜ਼ਿਕਰ ਦੁਬਾਰਾ ਸ਼ੁਰੂ ਹੋਇਆ ਇੰਡੀਆ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋ ਗਿਆ। ਤਕਰੀਬਨ ਜਨਵਰੀ ਦੇ ਮਹੀਨੇ ਵਿੱਚ ਇਹ ਟੂਲ ਕਿੱਟ ਦੇ ਜਿਹੜੇ ਜੁੜੇ ਹੋਏ ਸੀ ਲੋਕ, ਉਹਨਾਂ ਨੇ ਇਹਦੇ ਤੇ ਕਿਸਾਨੀ ਅੰਦੋਲਨ ਤੇ ਵੀ ਚਰਚਾ ਕਰਨੀ ਸ਼ੁਰੂ ਕੀਤੀ। ਤੁਹਾਨੂੰ ਯਾਦ ਹੋਣਾ, ਅਸੀਂ ਜਦੋਂ ਪ੍ਰੋਗਰਾਮ ਕਰਦੇ ਹੁੰਦੇ ਸੀ ਅਸੀਂ ਕਹਿੰਦੇ ਸੀਗੇ ਕਿ ਟਰੈਕਟਰ ਤੋਂ ਟਵਿੱਟਰ ਤੇ ਆ ਗਿਆ ਕਿਸਾਨ। ਬਿਲਕੁਲ, ਇਸ ਤੋਂ ਵੀ ਗਾਂਹ ਆ ਗਏ ਸੀਗੇ, ਇਸ ਤੋਂ ਗਾਂਹ ਹੈਸ਼ਟੈਗ ਸ਼ੁਰੂ ਹੋ ਗਈ। ਇਹ ਹੈਸ਼ਟੈਗ ਦੀ ਜਿਹੜੀ ਗੱਲ ਚਲਾਈ, ਇਹ ਟੂਲ ਕਿੱਟ ਨੇ ਚਲਾਈ ਸੀ। ਠੀਕ ਹੈ ਜੀ। ਹੁਣ ਉਹ ਟੂਲ ਕਿੱਟ ਨੂੰ ਇੱਕ ਬਹਾਨਾ ਬਣਾ ਕੇ ਸਰਕਾਰ ਦੇ ਵੱਲੋਂ ਉਹਦੇ ਨਾਲ ਜੁੜੇ ਹੋਏ ਜਿਹੜੇ ਯੰਗ ਹੈਗੇ ਆ, ਉਹ ਮੁੰਡੇ ਕੁੜੀਆਂ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਤੇ ਝੂਠੇ ਕੇਸ ਬਣਾਏ ਜਾ ਰਹੇ। ਇਸ ਤਰੀਕੇ ਨਾਲ ਸ਼ੋਅ ਕੀਤਾ ਜਾ ਰਿਹਾ ਟੂਲ ਕਿੱਟ ਨੇ ਪਤਾ ਨਹੀਂ ਕਿਹੜਾ ਤੂਫਾਨ ਲੈ ਆਉਣਾ ਸੀ, ਕੋਈ ਐਟਮ ਬੰਬ ਆ। ਐਟਮ ਬੰਬ ਵਰਗੀ ਗੱਲ ਆ ਐਕਚੁਅਲੀ ਤਾਂ। ਤੁਸੀਂ ਗੱਲ ਛੋਟੀ ਜਿਹੀ ਹੁੰਦੀ ਆ, ਉਹਨੂੰ ਕਿਤੇ ਦੀ ਕਿਤੇ ਪਹੁੰਚਾ ਦਿੰਦੇ ਹੋ, ਜਾਂ ਬਹੁਤ ਵੱਡੀ ਗੱਲ ਹੁੰਦੀ ਹੈ ਜਿਹਨੂੰ ਸਰਕਾਰ ਨਿਕਲਣ ਨਹੀਂ ਦਿੰਦੀ ਬਾਹਰ, ਜਾਂ ਚਾਹੁੰਦੀ ਹੈ ਕਿ ਨਾ ਨਿਕਲੇ, ਉਹ ਉਸ ਤਰੀਕੇ ਨਾਲ ਉਹ ਟੂਲ ਕਿੱਟ ਰਾਹੀਂ ਕਿਤੇ ਦੀ ਕਿਤੇ ਪਹੁੰਚ ਜਾਂਦੀ। ਤੁਸੀਂ ਦੇਖਿਆ ਹੋਣਾ WhatsApp ਵਿੱਚ ਕਈ ਵਾਰੀ ਅਸੀਂ ਇੱਥੇ ਬੈਠੇ ਹੁੰਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ, ਇੰਡੀਆ ਵਿੱਚੋਂ ਸਾਡਾ ਕੋਈ ਦੋਸਤ ਮਿੱਤਰ ਜਾਣਕਾਰ ਜਿਹੜਾ ਸਾਨੂੰ ਵੈਸੇ ਹੀ ਸਾਡੇ ਨਾਲ ਅਟੈਚਡ ਹੈ, ਨੰਬਰ, ਫੋਨ ਨੰਬਰ ਸਾਡੇ ਕੋਲ ਹੈ, ਉਹ ਕੋਈ ਇੱਦਾਂ ਦੀ ਇਨਫੋਰਮੇਸ਼ਨ ਜਿਹੜੀ ਸਾਨੂੰ ਇੱਥੇ ਬੈਠਿਆਂ ਨੂੰ ਪਹੁੰਚਾਉਂਦਾ, ਜਿਹੜੀ ਕਈ ਵਾਰੀ ਅਸੀਂ ਸੋਚਦੇ ਕਈ ਸਾਲ ਅਸੀਂ ਜਾਂਦੇ ਨਹੀਂ ਬੈਕ ਹੋਮ, ਉੱਥੇ ਜਾਵਾਂਗੇ ਤੇ ਪਤਾ ਲੱਗੂਗਾ, ਹੁਣ ਪਤਾ ਝੱਟ ਲੱਗ ਜਾਂਦਾ। ਟੂਲ ਕਿੱਟ ਅਸਲ 'ਚ ਇਹੋ ਜਿਹੀ ਗੱਲ ਹੀ ਹੈ। ਪਰ ਜਿਸ ਤਰੀਕੇ ਦੇ ਨਾਲ ਇਸ ਟੂਲ ਕਿੱਟ
ਦੇ ਨਾਂ ਦੇ ਗਰੁੱਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹਦੇ ਨਾਲ ਜੁੜੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਇਹ ਹੋਰ ਜ਼ਿਆਦਾ ਪਾਪੂਲਰ ਹੋ ਗਿਆ। ਹਾਂਜੀ ਹਾਂਜੀ ਹੋਰ ਲੋਕਾਂ ਨੂੰ ਪਤਾ ਲੱਗ ਗਿਆ। ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜੇ ਇੱਕ ਵਾਤਾਵਰਣ ਨਾਲ ਸੰਬੰਧਿਤ ਲੜਕੀ ਦੇ ਬਿਲਕੁਲ ਠੀਕ ਹੈ ਜੀ, ਉਹਨੇ ਇੱਕ ਟਵਿੱਟਰ ਤੇ ਉੱਤੇ ਟਵੀਟ ਕੀਤਾ ਸੀਗਾ। ਉਹ ਅਸਲ ਵਿੱਚ ਉਹ ਟੂਲ ਕਿਟ ਨਾਲ ਵੀ ਜੁੜੀ ਹੋਈ ਕੁੜੀ ਹੈਗੀ ਆ, ਛੋਟੀ ਜਿਹੀ ਉਮਰ ਦੀ ਆ ਕੁੜੀ, ਤੇ ਉਹਨੇ ਜਦੋਂ ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ, ਉਹਦੇ ਤੇ ਉਲਟਾ ਕੇਸ ਪਾਤਾ ਦਿੱਲੀ ਕਿ ਤੂੰ ਸਾਡੇ ਦੇਸ਼ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ, ਕਿਸਾਨੀ ਅੰਦੋਲਨ ਦਾ ਨਾਂ ਲੈ ਕੇ ਤੂੰ ਸਾਜ਼ਿਸ਼ਾਂ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੈਗੇ ਆ ਉਹ ਚ ਕੁਛ ਨਾਂ ਕੈਨੇਡਾ ਦੇ ਲੋਕਾਂ ਦਾ ਵੀ ਆਇਆ ਤੇ ਉਹ ਤੂੰ ਉਹਨਾਂ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਆ। ਇਸ ਤਰੀਕੇ ਦੀ ਗੱਲਬਾਤ ਜਿਹੜੀ ਚੱਲੀ ਹੈਗੀ ਆ। ਉਸ ਤੋਂ ਬਾਅਦ ਫਿਰ ਟਵੀਟ ਕੀਤਾ ਉਸ ਕੁੜੀ ਨੇ, ਗ੍ਰੇਟਰਾ ਦਾ ਨਾਂ, ਉਹਨੇ ਫਿਰ ਟਵੀਟ ਕੀਤਾ ਕਿ ਤੁਸੀਂ ਮੈਨੂੰ ਡਰਾ ਧਮਕਾ ਕੇ ਮੈਨੂੰ ਆਪਦੇ ਕੰਮ ਤੋਂ ਭਟਕਾ ਨਹੀਂ ਸਕਦੇ। ਮੇਰਾ ਕੰਮ ਹੈ ਇਨਸਾਫ ਪਸੰਦ ਲੋਕਾਂ ਦੇ ਨਾਲ ਖੜੇ ਹੋਣਾ। ਅਸਲ 'ਚ ਤਾਂ ਉਹ ਵਾਤਾਵਰਣ ਨਾਲ ਰਿਲੇਟਡ, ਠੀਕ ਹੈ ਜੀ। ਪਰ ਜਦੋਂ ਉਹਨੂੰ ਦੇਖਿਆ ਕਿ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਅੰਦੋਲਨ ਵੀ ਚੱਲ ਰਿਹਾ ਜਿਹਦੀ ਸ਼ੁਰੂਆਤ ਭਾਰਤ ਤੋਂ ਹੋਈ ਆ, ਦੁਨੀਆ ਦੇ ਹਰ ਬਸ਼ਰ ਨੂੰ ਉਸ ਅੰਦੋਲਨ ਦੀ ਜਿਹੜੀ ਇਨਫੋਰਮੇਸ਼ਨ ਹੈ ਪਤਾ ਲੱਗ ਗਿਆ, ਤਾਂ ਉਦੋਂ ਉਹਨੇ ਇਸ ਅੰਦੋਲਨ ਦੇ ਬਾਰੇ ਵਿੱਚ ਵੀ ਟਿੱਪਣੀਆਂ ਦਿੱਤੀਆਂ, ਜਿਹਦਾ ਕਰਕੇ ਟੂਲ ਕਿਟ ਹੋਰ ਪਪੂਲਰ ਹੋਈ। ਜੀ ਜੀ MP ਸਿੰਘ ਜੀ, ਤਾਮਿਲਨਾਡੂ ਦੇ ਵਿੱਚ 10ਵੀਂ ਗ੍ਰੇਡ ਦੇ ਅੰਗਰੇਜ਼ੀ ਪੇਪਰ ਦੀ ਕੀ ਕਹਾਣੀ ਆ, ਉਹ ਵੀ ਬੜੀ ਚਰਚਾ ਦੇ ਵਿੱਚ ਆ। ਜਿਹੜੀ ਇਹ ਗੱਲ ਚੱਲ ਰਹੀ ਆ, ਬਹੁਤ ਵਾਇਰਲ ਹੋ ਰਹੀ ਆ, ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਕਿ ਉਹਦੀ ਕੀ ਕਹਾਣੀ। ਬਿਲਕੁਲ ਜੀ, ਤਾਮਿਲਨਾਡੂ ਦੇ ਵਿੱਚ ਜਦੋਂ ਇਹਨਾਂ ਦਿਨਾਂ 'ਚ ਸਾਲਾਨਾ ਐਗਜ਼ਾਮ ਹੋ ਰਿਹਾ ਹੈ ਤੇ 10ਵੀਂ ਜਮਾਤ ਦੇ ਵਿਦਿਆਰਥੀ ਜਿਹੜੇ ਆ, ਉਹਨਾਂ ਨੂੰ ਅੰਗਰੇਜ਼ੀ ਦੇ ਪੇਪਰ ਦੇ ਵਿੱਚ ਇੱਕ ਕੁਐਸਚਨ ਆਇਆ ਕਿ ਤੁਸੀਂ ਲੈਟਰ ਟੂ ਰੀਡਰ ਲਿਖਣਾ। ਅਸੀਂ ਵੀ ਲਿਖਦੇ ਰਹੇ, ਸਾਨੂੰ ਵੀ ਹੁੰਦਾ ਸੀਗਾ ਕਿ ਤੁਹਾਡੇ ਜੀ ਜਿਹੜੀਆਂ ਹੈਗਾ ਪਾਣੀ ਦਾ ਨਿਕਾਸ ਠੀਕ ਨਹੀਂ ਹੈਗਾ, ਤੁਹਾਡੇ ਸਕੂਲ ਦੀ ਬਿਲਡਿੰਗ ਠੀਕ ਨਹੀਂ ਹੈਗੀ, ਤੁਹਾਡੇ ਹਸਪੀਟਲ ਵਿੱਚ ਦਵਾਈਆਂ ਨਹੀਂ ਹੈਗੀਆਂ, ਡਾਕਟਰ ਨਹੀਂ ਹੈਗੇ, ਤੁਸੀਂ ਇਸ ਤਰੀਕੇ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਲੈਟਰ ਟੂ ਰੀਡਰ ਲਿਖੋ। ਤੇ ਉਹ ਲੈਟਰ ਟੂ ਰੀਡਰ ਦਾ ਅਸਰ ਬੜਾ ਪੈਂਦਾ, ਕਿਉਂਕਿ ਉਹ ਰੀਡਰ ਜਿਹੜਾ ਵਾ ਉਹ ਆਪਦੇ ਸਪੈਸ਼ਲ ਕਾਲਮ ਦੇ ਵਿੱਚ ਉਹਨੂੰ ਥਾਂ ਦਿੰਦਾ ਤੇ ਫਿਰ ਉਹਦਾ ਸੰਬੰਧਿਤ ਡਿਪਾਰਟਮੈਂਟ ਜਿਹੜਾ ਉਹਨੂੰ ਪੜ੍ਹ ਕੇ ਉੱਤੇ ਐਕਸ਼ਨ ਵੀ ਕਰਦਾ। ਇਹ ਲੈਟਰ ਟੂ ਰੀਡਰ ਲਿਖਣ ਲਈ ਬੱਚਿਆਂ ਨੂੰ ਕਿਹਾ ਗਿਆ 10ਵੀਂ ਜਮਾਤ ਨੂੰ। ਉਹ ਕੀ ਕਿਹਾ ਗਿਆ ਕਿ 26 ਜਨਵਰੀ ਨੂੰ ਦਿੱਲੀ ਵਿੱਚ ਜਿਹੜੀ ਘਟਨਾ ਵਾਪਰੀ ਹੈ, ਲੋਕਾਂ ਨੇ ਹਜੂਮ ਨੇ ਆ ਕੇ ਲਾਲ ਕਿਲ੍ਹੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ, ਤਿਰੰਗੇ ਝੰਡੇ ਦੀ ਜਿਹੜੀ ਆ ਬੇਅਦਬੀ ਕੀਤੀ ਆ, ਹਾਂਜੀ, ਇਹ ਇੱਕ ਅਫਰਾ ਤਫਰੀ ਫੈਲਾਉਣ ਵਾਲੀ ਗੱਲ ਆ, ਦਹਿਸ਼ਤ ਫੈਲਾਉਣ ਵਾਲੀ ਗੱਲ ਆ। ਤੁਸੀਂ ਇਹਦੇ ਬਾਰੇ ਕੀ ਸਮਝ ਰੱਖਦੇ ਹੋ? ਤੁਸੀਂ ਲੈਟਰ ਟੂ ਰੀਡਰ ਲਿਖੋ। ਉਹ ਹੈਰਾਨੀ ਵਾਲੀ ਜਿਹੜੀ ਗੱਲ ਇਹ ਆ ਕਿ ਇਹ ਘਟਨਾ ਜੇ ਵਾਪਰੀ ਨੂੰ ਮਹੀਨਾ ਵੀ ਨਹੀਂ ਹੋਇਆ, 1 ਮਹੀਨਾ ਵੀ ਨਹੀਂ ਹੋਇਆ, ਤੇ ਉੱਥੋਂ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜੋ ਕੁਝ ਉੱਥੇ ਹੋਇਆ ਉਹ ਅਸਲ ਵਿੱਚ ਬਹੁਤ ਦਹਿਸ਼ਤ ਵਾਲਾ ਮਾਹੌਲ ਉੱਥੇ ਪੈਦਾ ਹੋ ਗਿਆ। ਇਹ ਕਾਰਵਾਈ ਦਹਿਸ਼ਤਗਰਦੀ ਵਾਲੀ ਕਾਰਵਾਈ ਹੈ ਔਰ ਦੇਸ਼ ਦੇ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਗਿਆ। ਇਹ ਜਿਹੜੀ ਇਸ ਤਰੀਕੇ ਦੀ ਸਾਜ਼ਿਸ਼ ਕੀਤੀ ਜਾਂਦੀ ਹੈ ਨਾ ਸਰਕਾਰੀ ਪੱਧਰ ਤੇ, ਇਹਦੀ ਹਰ ਜਗ੍ਹਾ ਚਰਚਾ ਵੀ ਹੁੰਦੀ ਆ ਔਰ ਨਿੰਦਿਆ ਵੀ ਕੀਤੀ ਜਾਂਦੀ ਹੈਗੀ, ਔਰ ਨਿੰਦਿਆ ਹੋਣੀ ਵੀ ਚਾਹੀਦੀ ਹੈ। ਮੈਂ ਸਮਝਦਾ ਕਿ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਜਿਹੜੀਆਂ ਸਰਕਾਰੀ ਪੱਧਰ ਤੇ ਹੋ ਰਹੀਆਂ, ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਜੀ। ਇਹ ਜਿਵੇਂ ਤੁਸੀਂ ਕਹਿ ਰਹੇ ਆ ਕਿ ਜਿਹੜਾ ਕਿਸਾਨੀ ਮੁੱਦਿਆਂ ਨਾਲ ਸੰਬੰਧਿਤ ਹੁਣ ਜਿਹੜੀਆਂ ਹੈਗੀਆਂ ਖਬਰਾਂ ਜਾਂ ਕਹਿ ਲਓ, ਜਾਂ ਜਿਵੇਂ ਪੇਪਰਾਂ 'ਚ ਆ ਰਿਹਾ ਵਾ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਤਿਹਾਸ ਬਣ ਕੇ ਨਹੀਂ ਸਾਹਮਣੇ ਆਊਗਾ ਸਾਰੇ ਲੋਕਾਂ ਦਾ? ਬਿਲਕੁਲ ਬਣੂਗਾ ਜੀ ਇਤਿਹਾਸ। ਜਿਹੜੇ ਕਿਸਾਨੀ ਅੰਦੋਲਨ ਇਸ ਤੋਂ ਪਹਿਲਾਂ ਹੋਏ ਸੀ, ਜਿਨ੍ਹਾਂ ਨੂੰ ਇੱਕ ਸਦੀ ਹੋ ਗਈ ਹੈ, ਉਹਨਾਂ ਦੀ ਜਿਹੜੀ ਮਹੱਤਤਾ, ਉਹਨਾਂ ਦੀ ਇੰਪੋਰਟੈਂਸ ਆ ਉਨੀ ਜ਼ਿਆਦਾ ਜਿੰਨੀ ਉਦੋਂ ਸੀ ਉਨੀ ਅੱਜ। ਜਿਵੇਂ ਫਾਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਗੱਲ ਕਿ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਫਰਵਰੀ ਨੂੰ ਪਗੜੀ ਸੰਭਾਲ ਜੱਟਾ, ਇਹ ਉਸ ਲਹਿਰ ਨੂੰ ਯਾਦ ਕੀਤਾ ਜਾ ਰਿਹਾ, ਉਹਦੀ ਬਰਸੀ ਮਨਾਈ ਜਾ ਰਹੀ ਹੈ ਕਿਸਮ ਦੀ, ਠੀਕ ਹੈ ਜੀ। ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਉਦੋਂ ਵੀ ਇਦਾਂ ਦੇ ਕਾਨੂੰਨ ਬਹੁਤ ਬਣਦੇ ਹੁੰਦੇ ਸੀ, ਉਦੋਂ ਵੀ ਮਜ਼ਦੂਰਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਜਿਹੜੇ ਕਾਨੂੰਨ ਘੜੇ ਜਾਂਦੇ ਸੀ। ਉਸ ਸਮੇਂ ਵੀ ਮਜ਼ਦੂਰ ਜਿਹੜੀ ਸੀ ਲਹਿਰ ਉੱਠਦੀ ਸੀ, ਉਦੋਂ ਵੀ ਕਿਸਾਨ ਜਿਹੜੇ ਸੀਗੇ ਜਥੇਬੰਦ ਹੋ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਦੇ ਹੁੰਦੇ ਸੀ। ਇਹ ਪਗੜੀ ਸੰਭਾਲ ਜੱਟਾ ਵੀ ਅਸਲ ਵਿੱਚ ਇਸ ਇੱਕ ਲਹਿਰ ਸੀ ਜਿਹਨੇ ਅੰਗਰੇਜ਼ ਸਰਕਾਰ ਨੂੰ ਪੂਰੀ ਤਰ੍ਹਾਂ
ਹਲੂਣਿਆ ਔਰ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਵੀ ਕੱਢੀ। ਹੁਣ ਕਈ ਵਾਰੀ ਗੱਲ ਭਿੰਡਰ ਸਾਹਿਬ ਇੱਦਾਂ ਹੁੰਦੀ ਆ ਕਿ ਲੱਗਦਾ ਹੁੰਦਾ ਕਿ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ, ਉਹ ਸ਼ਾਇਦ ਗਾਣਾ ਹੀ ਆ। ਹਾਂਜੀ ਹਾਂਜੀ ਬਿਲਕੁਲ। ਤੇ ਜਾਂ ਇਹ ਸਿਰਫ ਉਹਨਾਂ ਲੋਕਾਂ ਲਈ ਆ ਜਿਹੜੇ ਸਾਡੇ ਵਾਂਗੂ ਪੱਗਾਂ ਬੰਨ੍ਹਦੇ ਆ, ਪੰਜਾਬੀਆਂ ਲਈ ਕਹਿ ਲਓ, ਸਿੱਖਾਂ ਲਈ ਕਹਿ ਲਓ। ਪਗੜੀ ਅਸਲ 'ਚ ਸਾਰਾ ਹਿੰਦੁਸਤਾਨ ਬੰਨਦਾ। ਹਾਂਜੀ ਬਿਲਕੁਲ। ਇਹ ਇਕੱਲੇ ਖਾਲਸੇ ਦਾ ਨਿਸ਼ਾਨ ਨਹੀਂ ਹੈ। ਹਾਂਜੀ ਹਰਿਆਣੇ ਵਿੱਚ ਵੀ ਪਗੜੀ ਬੰਨੀ ਜਾਂਦੀ ਕਿਸਾਨਾਂ ਵੱਲੋਂ, ਰਾਜਸਥਾਨ 'ਚ ਵੀ ਪਗੜੀ ਬੰਨੀ ਜਾਂਦੀ ਹੈ, ਉੱਤਰ ਪ੍ਰਦੇਸ਼ ਵਿੱਚ ਪਗੜੀ ਦਾ ਸਟਾਈਲ ਕੁਝ ਹੋਰ ਹੋ ਸਕਦਾ, ਉਹ ਵੱਖਰੀ ਗੱਲ ਆ। ਕਿਉਂਕਿ ਰਾਜਸਥਾਨ ਦੀ ਪਗੜੀ ਆਪਾਂ ਦੇਖ ਸਕਦੇ ਹਾਂ ਹੋਰ ਸਟਾਈਲ ਦੀ ਬੰਨ੍ਹਦੇ ਆ, ਆਪਣੇ ਜਿਹੜੇ ਪੰਜਾਬ ਦੀ ਰੰਗ ਬਰੰਗੀ ਹੁੰਦੀ ਆ। ਬਿਲਕੁਲ। ਗੁਜਰਾਤ ਦੇ ਹੋਰ ਜਿਵੇਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇ ਛੱਡ ਕੇ ਬੰਨੀ ਹੁੰਦੀ। ਮਤਲਬ ਹਰ ਇੱਕ ਸੂਬੇ ਦੇ ਵਿੱਚ ਜਿਹੜਾ ਉਹਦਾ ਕਲਚਰ ਆ, ਉਹਦੇ 'ਚ ਪਗੜੀ ਦੀ ਬੜੀ ਇੰਪੋਰਟੈਂਸ ਆ। ਇਹ ਪਗੜੀ ਜਿਹੜੀ ਆ ਜ਼ਮੀਨ ਦੇ ਜਾਨ ਨਾਲ ਜੁੜੀ ਹੋਈ ਹੈ। ਉਹਦਾ ਹੁੰਦਾ ਕਿਸਾਨਾਂ ਨੂੰ ਲੱਗਦਾ ਕਿ ਜਿੰਨੀ ਜ਼ਮੀਨ ਸਾਡੇ ਵਾਸਤੇ ਮਹੱਤਵਪੂਰਨ ਹੈ, ਉਨੀ ਸਾਡੇ ਵਾਸਤੇ ਪਗੜੀ ਮਹੱਤਵਪੂਰਨ ਹੈ। ਉਹਨਾਂ ਨੇ ਇੱਕ ਨਾਅਰਾ ਦਿੱਤਾ ਸੀ ਉਸ ਵੇਲੇ ਕਿ ਪਗੜੀ ਜਿਹੜੀ, ਇਹ ਲਿਖਿਆ ਕਿਸੇ ਹੋਰ ਨੇ ਸੀਗਾ, ਲਿਖਿਆ ਸੀਗਾ ਸ਼ਾਇਦ ਬੰਕੇ ਬਿਹਾਰੀ ਨਾਂ ਉਹਨਾਂ ਦਾ ਸੀਗਾ, ਉਹਨਾਂ ਨੇ ਲਿਖਿਆ ਸੀਗਾ। ਪਰ ਇਹ ਲਹਿਰ ਦੇ ਆਗੂ ਜਿਹੜੇ ਸੀਗੇ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸੀ। ਬਿਲਕੁਲ, ਅਜੀਤ ਸਿੰਘ, ਸਰਦਾਰ ਅਜੀਤ ਸਿੰਘ ਜੀ। ਸਰਦਾਰ ਅਜੀਤ ਸਿੰਘ ਬਾਰੇ ਵੀ ਮੈਂ ਗੱਲ ਨਾਲ ਹੀ ਜੋੜ ਦੇਣਾ ਚਾਹੁੰਦਾ। 15 ਅਗਸਤ 1947 ਨੂੰ ਜਦੋਂ ਦੇਸ਼ ਦੇ ਉੱਤੋਂ ਯੂਨੀਅਨ ਜੈਕ ਯਾਨੀ ਅੰਗਰੇਜ਼ਾਂ ਦਾ ਝੰਡਾ ਉਤਾਰ ਦਿੱਤਾ ਗਿਆ ਸੀ ਤੇ ਉਹਦੀ ਜਗ੍ਹਾ ਤੇ ਤਿਰੰਗਾ ਝੰਡਾ ਚੜਾ ਦਿੱਤਾ ਗਿਆ ਸੀਗਾ, ਠੀਕ ਉਸ ਤੋਂ ਕੁਝ ਮਿੰਟ ਬਾਅਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਨੇ ਪ੍ਰਾਣ ਤਿਆਗ ਦਿੱਤੇ। ਉਹ ਇੰਨੇ ਸਿਰੜ ਵਾਲੇ ਸੀ, ਕਾਫੀ ਲੰਮਾ ਸਮਾਂ ਬਿਮਾਰ ਰਹੇ। ਉਹ ਇੰਨੇ ਸਿਰੜ ਵਾਲੇ ਸੀ, ਉਹ ਕਹਿੰਦੇ ਮੈਂ ਇਹ ਦੇਸ਼ ਆਜ਼ਾਦ ਵੇਖ ਕੇ ਮਰਨਾ। ਅੱਛਾ ਜੀ। ਤੇ ਆਜ਼ਾਦੀ ਵਾਲੇ ਦਿਨ ਕੁਝ ਮਿੰਟਾਂ ਬਾਅਦ ਉਹਨਾਂ ਦੀ ਡੈਥ ਹੋ ਗਈ, ਪ੍ਰਾਣ ਤਿਆਗ ਦਿੱਤੇ। ਉਹਨਾਂ ਦੀ ਯਾਦ ਵਿੱਚ ਡਲਹੌਜ਼ੀ ਇੱਕ ਜਗ੍ਹਾ ਬਣੀ ਹੋਈ, ਉਹਨਾਂ ਦਾ ਬੁੱਤ ਲੱਗਾ ਹੋਇਆ, ਮੈਂ ਉਹ ਵੇਖ ਕੇ ਵੀ ਆਇਆ। ਬੜੀ ਉੱਥੇ ਜਾ ਕੇ ਭਾਵੁਕਤਾ ਵੀ ਆਈ ਮਨ 'ਚ ਵੀ ਇੱਕ ਉਹ ਮਹਾਨ ਯੋਧਾ ਜਿਹਨੇ ਆਪਦੇ ਮਨ ਵਿੱਚ ਇੱਕ ਪੱਕੀ ਧਾਰੀ ਹੋਈ ਸੀਗੀ। ਕਿੰਨਾ ਚਿਰ ਉਹ ਜੇਲ੍ਹਾਂ 'ਚ ਰਹੇ, ਜੇਲ੍ਹ ਵੀ ਕਿਹੜੇ 'ਚ? ਮਾਂਡਲੇ ਜੇਲ੍ਹ ਜਿਹੜੀ ਆ ਉਹ ਹਿੰਦੁਸਤਾਨ 'ਚ ਨਹੀਂ ਹੈ, ਭਾਰਤ ਵਿੱਚ ਨਹੀਂ ਹੈ, ਉਹ ਬਰਮਾ 'ਚ, ਜਿਹਨੂੰ ਅੱਜ ਕੱਲ੍ਹ ਮੀਆਂਵਾਰ ਕਹਿੰਦੇ। ਯਾਨੀ ਉਹ ਕਿੰਨਾ ਤਾਕਤਵਰ ਵਿਅਕਤੀ ਹੋਊਗਾ, ਕਿੰਨਾ ਹਿੰਮਤੀ ਯੋਧਾ ਹੋਊਗਾ, ਕਿੰਨੀ ਉਹਦੀ ਸਟਰਗਲ ਜਿਹੜੀ ਆ ਉਹ ਇੰਨੀ ਠੋਸ ਹੋਊਗੀ, ਉਹਦੇ ਵਿਚਾਰ ਕਿੰਨੇ ਠੋਸ ਹੋਣਗੇ। ਜੇ ਤੋਂ ਅੰਗਰੇਜ਼ਾਂ ਨੂੰ ਕਿੰਨਾ ਡਰ ਲੱਗਦਾ ਸੀ, ਉਹਨਾਂ ਨੇ ਹਿੰਦੁਸਤਾਨ ਵਿੱਚ ਕੈਦ ਰੱਖਣ ਦੀ ਬਜਾਏ ਉਹਨੂੰ ਮਾਂਡਲੇ ਦੀ ਜੇਲ੍ਹ 'ਚ ਕੈਦ ਰੱਖਿਆ ਸੀ। ਠੀਕ ਹੈ, ਮਤਲਬ ਇਸ ਤਰੀਕੇ ਦੀ ਗੱਲ। ਔਰ ਉਹ ਦਿਨ ਜਿਹੜਾ ਉਹ 23 ਫਰਵਰੀ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਉਣ ਦਾ ਫੈਸਲਾ ਕੀਤਾ ਗਿਆ, ਪਗੜੀ ਸੰਭਾਲ ਜੱਟਾ, ਇਹ ਉਹਦੀ ਕਹਾਣੀ। ਤੁਸੀਂ ਇਤਿਹਾਸ ਦੀ ਗੱਲ ਕੀਤੀ, ਏਦਾਂ ਇਤਿਹਾਸ ਬਣਦਾ। ਅੱਜ ਵਾਲੀਆਂ ਘਟਨਾਵਾਂ ਵੀ ਇਤਿਹਾਸ ਦਾ ਹਿੱਸਾ ਹੋਣਗੀਆਂ, ਪੱਕੀਆਂ ਹੋਣਗੀਆਂ। ਬਿਲਕੁਲ ਬਿਲਕੁਲ। ਇਹ ਸਾਰੇ ਅੰਦੋਲਨ ਦੇ ਪਿੱਛੇ ਆਪਾਂ ਦੇਖੀਏ ਤਾਂ ਜਿਹੜੀਆਂ ਸਰਕਾਰਾਂ ਉਹ ਨਵੇਂ ਬਿਆਨ ਦਾਗ ਰਹੇ ਆ, ਇਹਨਾਂ ਦੇ ਮੰਤਰੀ ਕਦੇ ਆਪਾਂ ਸੁਣਦੇ ਆ, ਕਦੇ ਕਹਿ ਦਿੰਦੇ ਆ ਇਹ ਅੱਤਵਾਦੀ ਬੈਠੇ ਆ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਪਿਛਲੇ ਦਿਨੀ ਭਾਜਪਾ ਦੇ ਨੇਤਾ ਮਦਨ ਮੋਹਨ ਮਿੱਤਲ ਨੇ ਇੱਕ ਬਿਆਨ ਦਾਗਿਆ, ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜੀ। ਕੀ ਉਹਨਾਂ ਨੇ ਜਿਹੜੇ ਇਹ ਕਿਸਾਨੀ ਅੰਦੋਲਨ ਬਾਰੇ ਕੀ ਬਿਆਨ ਦਿੱਤਾ? ਭਿੰਡਰ ਸਾਹਿਬ, ਹੁਣ ਤੱਕ ਕਿਸਾਨੀ ਅੰਦੋਲਨ ਦੇ ਵਿੱਚ 214 ਕਿਸਾਨ ਸ਼ਹੀਦ ਹੋ ਚੁੱਕੇ ਆ। ਹਾਂਜੀ ਬਿਲਕੁਲ। 214 ਘਰਾਂ ਦੇ ਵਿੱਚੋਂ ਬੁੱਢੇ ਬਾਪ, ਨੌਜਵਾਨ ਮੁੰਡੇ ਕੁੜੀਆਂ, ਬਜ਼ੁਰਗ ਮਾਤਾਵਾਂ ਜਾ ਚੁੱਕੀਆਂ। ਔਰ ਉਹਨਾਂ ਪਰਿਵਾਰਾਂ ਨੂੰ ਹਮੇਸ਼ਾ ਯਾਦ ਰਹੂਗਾ ਕਿ ਕਿਸਾਨਾਂ ਦਾ ਇੱਕ ਅੰਦੋਲਨ ਸੀ ਜਿਹਦੇ ਵਿੱਚ ਸਾਡੇ ਘਰ ਦੇ ਇੱਕ ਜੀ ਨੇ ਕੁਰਬਾਨੀ ਦਿੱਤੀ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਇਹ ਇਤਿਹਾਸ ਦੀਆਂ ਗੱਲਾਂ ਬਣਨਗੀਆਂ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰੀ ਪੱਧਰ ਤੇ ਵੀ ਸਰਕਾਰਾਂ ਵੱਲੋਂ, ਮੰਤਰੀਆਂ ਵੱਲੋਂ ਤੇ ਉਹਨਾਂ ਦੇ ਜਿਹੜੇ ਬੀਜੇਪੀ ਰਾਜ ਕਰਦੀ ਪਾਰਟੀ ਆ ਉਹਦੇ ਆਗੂਆਂ ਵੱਲੋਂ ਕੋਈ ਨਾ ਕੋਈ ਪੁੱਠਾ ਸਿੱਧਾ ਬਿਆਨ ਦਾਗੀ ਰੱਖਦੇ ਆ, ਚਰਚਾ 'ਚ ਰਹਿੰਦੇ ਆ ਔਰ ਬੜੀ ਬੇਸ਼ਰਮੀ ਦੇ ਨਾਲ ਉਹ ਗੱਲਾਂ ਕਰਦੇ ਆ। ਠੀਕ ਹੈ ਜੀ। ਕਿਸੇ ਪੱਤਰਕਾਰ ਨੇ ਮਦਨ ਮੋਹਨ ਮਿੱਤਲ ਨੂੰ ਪੁੱਛਿਆ ਜੀ ਕਿ ਇਹ ਇੰਨੇ ਕਿਸਾਨ ਜਿਹੜੇ ਆ ਸ਼ਹੀਦ ਹੋ ਰਹੇ ਆ, ਠੰਡ ਇੰਨੀ ਆ, ਉਹ ਨੰਗੇ ਧੜ ਉੱਥੇ ਬੈਠੇ ਆ, ਇੰਨੇ ਚਿਰ ਤੋਂ ਅੰਦੋਲਨ ਚੱਲ ਰਿਹਾ ਹੈਗਾ, ਤੁਸੀਂ ਸਰਕਾਰ ਦੇ ਉੱਤੇ ਕਿਉਂ ਨਹੀਂ ਦਬਾਅ ਪਾਉਂਦੇ? ਤੁਸੀਂ ਸਰਕਾਰ ਦੇ ਹਿੱਸੇਦਾਰ ਹੋ, ਤੁਸੀਂ ਕਿਉਂ ਨਹੀਂ ਦਬਾਅ ਪਾਉਂਦੇ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ? ਉਹ ਕਹਿੰਦੇ ਜੀ ਅਸੀਂ ਕਦੋਂ ਕਹਿੰਦੇ ਕਿ ਇਹ ਮਰਨ? ਜੇ ਬਿਮਾਰ ਸ਼ਮਾਰ ਹੁੰਦੇ ਆ ਤੇ ਇਹ ਹਸਪਤਾਲ 'ਚ ਦਾਖਲ ਹੋ ਜਾਣ, ਨਾਅਰੇ ਮਾਰਨੇ ਆ
10 ਨਾਰੇ ਸਵੇਰੇ ਮਾਰ ਲਏ, 10 ਸ਼ਾਮੀ ਮਾਰ ਲਏ, ਇਹਨਾਂ ਦਾ ਜਿਹੜਾ ਭੁੱਸ ਵੀ ਪੂਰਾ ਹੋ ਜਾਊਗਾ ਤੇ ਇਹਨਾਂ ਨੂੰ ਅਸੀਂ ਬਚਾ ਵੀ ਲਵਾਂਗੇ। ਮਤਲਬ ਇਸ ਤਰੀਕੇ ਦੀ ਜਿਹੜੀ ਗੱਲ, ਇਹ ਮੈਂ ਸਮਝਦਾ ਕਿ ਇੱਕ ਅੰਦੋਲਨ ਪ੍ਰਤੀ ਨਫ਼ਰਤ ਵਾਲੀ ਵੀ ਗੱਲ ਹੈ, ਇੱਕ ਸ਼ਹੀਦਾਂ ਦਾ ਅਪਮਾਨ ਵੀ ਹੈ। ਬਿਲਕੁਲ, ਜਿਵੇਂ ਇਹ ਆਪਾਂ ਦੇਖਦੇ ਹਾਂ ਕਿ ਜਿਹੜੇ ਹੈਗੇ ਆ ਸਰਕਾਰ ਦੇ ਮੰਤਰੀ ਤਾਂ ਮੰਨਣ ਚ ਆਉਂਦੇ ਹੀ ਨਹੀਂ। ਆ ਤੁਸੀਂ ਸੁਣਿਆ ਹੋਊਗਾ, ਬਿਆਨ ਆਇਆ ਕਿ ਜਿਹੜਾ ਸਾਡਾ ਹਾਰ ਦਾ ਕਾਰਨ ਮਿਊਨਿਸਪਲ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ, ਕਹਿੰਦੇ ਅਸੀਂ ਜਿਹੜੇ ਹਾਰੇ ਕਿਸਾਨੀ ਅੰਦੋਲਨ ਕਰਕੇ ਨਹੀਂ ਸਾਡੀ ਹਾਰ ਹੋਈ, ਉਹ ਵੀ ਸਾਡੀ ਹਾਰ ਜਿਹੜੀ ਹੈਗੀ ਆ ਅਕਾਲੀ ਦਲ ਨਾਲ ਸਾਡਾ ਗੱਠਜੋੜ ਟੁੱਟਿਆ ਤਾਂ ਸਾਡੀ ਹਾਰ ਹੋ ਗਈ ਹੈ। ਬੇਸ਼ਰਮੀ ਦੀ ਵੀ ਕੋਈ ਹੱਦ ਹੋਣੀ ਚਾਹੀਦੀ। ਬਿਲਕੁਲ ਜੀ, ਚਲੋ ਉਸ ਗੱਲ ਤੇ ਇਹਨੇ ਅਫਸੋਸ ਕਰ ਲਿਆ ਕਿ ਸਾਨੂੰ ਸਾਡਾ ਗੱਠਜੋੜ ਟੁੱਟਣਾ ਨਹੀਂ ਚਾਹੀਦਾ ਸੀਗਾ। ਉਹ ਇੱਕ ਗੱਲ ਤੋਂ ਬਚਣ ਦੇ ਲਈ ਦੂਜੀ ਗੱਲ ਉਹਨੇ ਜੋੜੀ, ਨਰਿੰਦਰ ਤੋਮਰ ਨੇ। ਕਿਹੜੀ ਗੱਲ ਤੋਂ ਬਚੇ ਵੀ ਲੋਕਾਂ ਨੂੰ ਅਸੀਂ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਕਿਸਾਨਾਂ ਦੇ ਅੰਦੋਲਨ ਚੱਲਦੇ ਹੋਣ ਕਰਕੇ ਸਾਡੀ ਪਾਰਟੀ ਨੂੰ ਸੈਟਬੈਕ ਲੱਗੀ ਆ, ਚੋਣਾਂ 'ਚ ਸਾਡੀ ਜਿੱਤ ਨਹੀਂ ਹੋ ਸਕੀ। ਹਾਂ, ਅਸੀਂ ਹਾਰੇ ਇਸ ਕਰਕੇ ਆ ਕਿਉਂਕਿ ਸਾਡਾ ਅਕਾਲੀਆਂ ਨਾਲ ਗੱਠਜੋੜ ਟੁੱਟ ਗਿਆ ਸੀ, ਤੇ ਜੇ ਨਾ ਟੁੱਟਿਆ ਹੁੰਦਾ ਫੇਰ ਕਿਹੜਾ ਤੁਸੀਂ ਜਿੱਤ ਜਾਣਾ? ਬਿਲਕੁਲ ਜੀ, ਫੇਰ ਕਿਹੜਾ ਜਾਣਾ। ਹਾਂਜੀ, ਰੋਸ ਕਰਨ ਦੇ ਬਥੇਰੇ ਮਤਲਬ ਹਰੇਕ ਬੰਦੇ ਦਾ ਆਪਦਾ ਤਰੀਕਾ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਰੋਸ ਵਜੋਂ ਰੇਲਾਂ ਰੋਕੀਆਂ ਗਈਆਂ, ਤੇ ਵਿਨੀਪੈਗ ਅਸੀਂ ਸ਼ਹਿਰ ਜਿੱਥੇ ਅਸੀਂ ਸਟੂਡੀਓ ਦੇ ਵਿੱਚੋਂ ਅੱਜ ਦਰਸ਼ਕਾਂ ਦੇ ਨਾਲ ਰੂਬਰੂ ਹੋ ਰਹੇ ਹਾਂ, ਇੱਥੇ ਵਿਨੀਪੈਗ ਸ਼ਹਿਰ ਦੇ ਵਿੱਚ ਵੀ ਇੱਕ ਅਨੋਖੇ ਤਰ੍ਹਾਂ ਦਾ ਰੋਸ ਮੁਜ਼ਾਹਰਾ ਕੀਤਾ ਗਿਆ। ਉਹ ਕਿੱਦਾਂ ਦਾ ਆਏਗਾ, ਉਹ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਸਾਂਝਾ ਕਰੋ ਜੀ। ਇੱਥੋਂ ਦੇ ਲੋਕਾਂ ਨੇ ਕਿਹੜਾ ਢੰਗ ਅਪਣਾਇਆ ਰੋਸ ਕਰਨ ਦਾ? ਦੇਖੋ ਜੀ, ਦੋ ਗੱਲਾਂ ਕਰਕੇ ਮੈਨੂੰ ਵਿਨੀਪੈਗ ਦੇ ਲੋਕਾਂ ਲਈ ਬੜੀ ਸਤਿਕਾਰ ਹੈ ਤੇ ਬੜਾ ਮਾਣ ਜੀ। ਇੱਕ ਤਾਂ ਇਹ ਹੈ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਐਡੀ ਵੱਡੀ ਕਾਰ ਰੈਲੀ, ਟਰੱਕ ਰੈਲੀ ਨਹੀਂ ਸੀ ਹੋਈ ਜਿੰਨੀ ਵਿਨੀਪੈਗ 'ਚ ਹੋਈ। ਬਿਲਕੁਲ ਜੀ, ਬਿਲਕੁਲ। ਅਸੀਂ ਸਟੂਡੀਓ ਤੋਂ ਕਵਰ ਕੀਤਾ ਪੂਰਾ ਆਪਾਂ। ਠੀਕ ਹੈ ਜੀ, ਇੱਕ ਤਾਂ ਉਹ ਬੜੀ ਮਾਣ ਵਾਲੀ ਗੱਲ ਸਾਡੇ ਲਈ। ਇੱਕ ਇਹ ਨਵੀਂ ਗੱਲ ਜਿਹੜੀ ਆਈ ਆ, ਇਹ ਰੋਸ ਕਰਨ ਦਾ ਇੱਕ ਵੱਖਰਾ ਤਰੀਕਾ, ਬੜਾ ਵਧੀਆ ਤਰੀਕਾ ਮੈਂ ਸਮਝਦਾ। ਮੈਂ ਹੁਣੇ ਆਪਾਂ ਗੱਲ ਕਰਦੇ ਸੀ ਕਿ 214 ਕਿਸਾਨ ਸ਼ਹੀਦ ਹੋ ਚੁੱਕੇ ਆ। ਜਦੋਂ 200 ਹੋਏ ਸੀ, ਜਦੋਂ ਗਿਣਤੀ 200 ਸੀ, ਉਦੋਂ ਵਿਨੀਪੈਗ ਦੇ ਲੋਕਾਂ ਨੇ ਇੱਥੋਂ ਦੀ ਲੈਜਿਸਲੇਟਿਵ ਬਿਲਡਿੰਗ, ਜਿਹਨੂੰ ਵਿਧਾਨ ਸਭਾ ਕਹਿੰਦੇ, ਉਹਦੇ ਬਾਹਰ ਪੌੜੀਆਂ ਦੇ ਵਿੱਚ 200 ਸ਼ੂ ਰੱਖੇ, ਜੋੜੇ 200, ਔਰ ਜੋੜੇ ਰੱਖ ਕੇ ਇਹ ਅਫਸੋਸ ਜ਼ਾਹਰ ਕੀਤਾ ਗਿਆ ਕਿ ਇਹ ਜੋੜੇ ਪਾਉਣ ਵਾਲੇ ਲੋਕ ਹੁਣ ਦੁਨੀਆ 'ਚ ਨਹੀਂ ਰਹੇ। ਬੜੀ ਵਧੀਆ ਇੱਕ ਭਾਵਨਾ ਕਹੀ ਜਾ ਸਕਦੀ ਆ, ਉਹਨਾਂ ਪ੍ਰਤੀ ਇੱਕ ਸ਼ਰਧਾਂਜਲੀ ਵਾਲੀ ਗੱਲ ਕਹੀ ਜਾ ਸਕਦੀ ਆ। ਕਈ ਵਾਰੀ ਹੁੰਦਾ ਨਾ ਜੀ, ਆਪਣੇ ਘਰ ਵਿੱਚ ਕੋਈ ਜੀ ਚੱਲ ਵਸੇ, ਉਹਦੀਆਂ ਯਾਦਾਂ ਜੁੜੀਆਂ ਰਹਿੰਦੀਆਂ। ਬਿਲਕੁਲ ਜੀ, ਅਸੀਂ ਉਹਦੇ ਕੱਪੜੇ ਵੇਖ ਕੇ, ਉਹਦੇ ਕੋਟ ਵੇਖ ਕੇ, ਹਾਂਜੀ, ਉਹਦੇ ਜਿੱਥੇ ਉਹ ਬਹਿੰਦੇ ਆ ਸੋਫੇ ਤੇ, ਕੀ ਖਾਂਦੇ ਸੀ, ਅਸੀਂ ਯਾਦ ਕਰਦੇ ਹਾਂ। ਏਦਾਂ ਹੀ ਉਹਨਾਂ ਨੂੰ ਯਾਦ ਕੀਤਾ ਗਿਆ, ਕਿਸਾਨਾਂ ਨੂੰ, ਸ਼ਹੀਦ ਕਿਸਾਨਾਂ ਨੂੰ। ਮੈਂ ਸਲੂਟ ਕਰਦਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹਦਾ ਪ੍ਰਬੰਧ ਕੀਤਾ। ਬਿਲਕੁਲ ਜੀ, ਬਿਲਕੁਲ, ਕੋਈ ਡਾਊਟ ਨਹੀਂ ਹੈਗਾ ਕਿ ਬਹੁਤ ਇੱਕ ਸਿੰਬਲ ਆ ਸਾਡੇ ਆਉਣ ਵਾਲੀ ਜਨਰੇਸ਼ਨ ਦੇ ਲਈ, ਤੇ ਇੱਕ ਬਹੁਤ ਵੱਡਾ ਕਦਮ ਸੀਗਾ। ਆਖਰੀ ਕੁਐਸਚਨ ਆ ਜੀ MP ਸਿੰਘ ਜੀ ਮੇਰਾ, ਕਿ ਭਾਰਤ ਦੇ ਵਿੱਚ ਇੱਕ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ, ਜਿਹੜੀ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਔਰਤ ਨੂੰ ਫਾਂਸੀ ਦਿੱਤੀ ਜਾ ਰਹੀ ਹੈ। ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਦੱਸਿਓ ਕਿ ਕੀ ਸੀਗਾ ਕਾਰਨ? ਇਹ ਮੁੱਦਾ ਬੜਾ ਚਰਚਾ 'ਚ ਹੈ ਜੀ ਇਸ ਵੇਲੇ ਭਾਰਤ ਵਿੱਚ, ਔਰ ਲੇਟੈਸਟ ਖਬਰ ਇਹ ਹੈ ਕਿ ਉਸ ਔਰਤ ਦੇ ਬੇਟੇ ਨੇ, ਜਿਹੜਾ ਬੇਟਾ ਉਹਦੀ ਕੈਦ ਵਿੱਚ ਹੀ ਪੈਦਾ ਹੋਇਆ ਸੀ, ਹੁਣ ਉਹ ਵੱਡਾ ਹੋ ਗਿਆ, ਉਹਨੂੰ ਇੱਕ ਪੱਤਰਕਾਰ ਵੱਲੋਂ ਪਾਲਿਆ ਪੋਸਿਆ ਗਿਆ। ਉਸ ਬੇਟੇ ਨੇ, ਉਸ ਬੱਚੇ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਆ। ਉਹਨੇ ਲਿਖਿਆ, ਰਾਸ਼ਟਰਪਤੀ ਅੰਕਲ, ਮੇਰੀ ਮਾਂ ਨੂੰ ਫਾਂਸੀ ਨਾ ਦਿੱਤੀ ਜਾਵੇ। ਇਹ ਔਰਤ ਕੀ ਹੈ, ਇਹਦੀ ਪਿੱਛੇ ਛੋਟੀ ਜਿਹੀ ਕਹਾਣੀ, ਉਹ ਬੜੀ ਇੰਪੋਰਟੈਂਟ ਵੀ ਹੈ, ਸਿੱਖਿਆਦਾਇਕ ਵੀ ਹੈਗਾ। ਇਸ ਲੜਕੀ, ਜਦੋਂ ਇਹ ਲੜਕੀ ਸੀ, ਇਹਦਾ ਆਪਦਾ ਕਿਸੇ ਲੜਕੇ ਦੇ ਨਾਲ ਪਿਆਰ ਸੀ, ਤੇ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ, ਉਹਦੇ ਨਾਲ ਰਹਿਣਾ ਚਾਹੁੰਦੀ ਸੀ, ਪਰ ਘਰ ਦੇ ਹੋ ਸਕਦਾ ਸਹਿਮਤ ਨਾ ਹੋ। ਇਹਨੇ ਆਪਦੇ ਘਰ ਦੇ 7 ਜੀ ਮਾਰ ਦਿੱਤੇ ਸੀ, ਕੁਹਾੜੀ ਨਾਲ, ਗੋਲੀ ਨਾਲ ਨਹੀਂ, ਕੁਹਾੜੀ ਨਾਲ ਮਾਰਨੇ ਕਿੰਨੇ ਔਖੇ ਆ, ਤੇ ਛੇਤੀ ਬੰਦਾ ਮਰਦਾ ਨਹੀਂ। ਜਾਂ ਕਿੰਨੇ ਦਰਦਨਾਕ, ਕਿੰਨਾ ਵਹਿਸ਼ੀ ਇਹਦਾ ਰੂਪ ਹੋਊਗਾ ਜਦੋਂ ਨੇ ਮਾਰਤੇ। ਇਸ ਗੱਲ ਦੀ ਤਾਂ ਨਿੰਦਿਆ ਹੀ ਕਰਨੀ ਚਾਹੀਦੀ। ਠੀਕ ਹੈ ਜੀ, ਪਰ ਉਹ ਆਪਦੇ ਘਰਦਿਆਂ ਨੂੰ ਕਿਉਂ ਨਹੀਂ ਮਨਾ ਸਕੀ, ਇਹ ਸਾਡੇ ਸਮਾਜਿਕ ਤਾਣੇ ਬਾਣੇ ਉੱਤੇ ਕੁਐਸਚਨ ਵੀ ਆ ਕਿ ਸਾਡੇ ਸਮਾਜ ਦੇ ਵਿੱਚ ਅਜਿਹੇ ਵਿਆਹਾਂ ਨੂੰ ਨਾ ਤਾਂ ਕੋਈ ਉਤਸ਼ਾਹਤ ਕਰਦਾ ਤੇ ਨਾ ਹੀ ਮਾਨਤਾ ਦਿੰਦਾ। ਠੀਕ ਹੈ ਜੀ,
ਉਸ ਲੜਕੀ ਨੂੰ ਉਸ ਵੇਲੇ ਫੜ ਲਿਆ ਗਿਆ ਜੀ। ਉਸ ਟਾਈਮ ਤੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੱਚਾ ਹੋਣ ਵਾਲਾ ਸੀ, ਜੇਲ੍ਹ ਦੇ ਵਿੱਚ ਹੀ ਬੱਚਾ ਹੋਇਆ, ਜਿਸ ਬੱਚੇ ਦੀ ਮੈਂ ਗੱਲ ਦੱਸ ਕੇ ਹਟਿਆ ਕਿ ਉਹਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈਗੀ। ਹੁਣ ਉਹ ਲੜਕੀ ਨੇ ਜੇਲ੍ਹ ਦੇ ਵਿੱਚ ਹੀ ਪੜ੍ਹਾਈ ਲਿਖਾਈ ਕੀਤੀ, ਉਹ ਤੋਂ ਪਹਿਲਾਂ ਵੀ ਪੜ੍ਹੀ ਹੋਊਗੀ, 2 MA ਪਾਸ ਕੀਤੀਆਂ। ਉਹ ਲੜਕੀ ਕਹਿੰਦੀ ਆ, ਉਹ ਔਰਤ ਕਹਿੰਦੀ ਆ ਕਿ ਮੈਨੂੰ ਭਾਵੇਂ ਸਾਰੀ ਉਮਰ ਜੇਲ੍ਹ 'ਚ ਰੱਖ ਲਓ, ਮੈਂ ਬਾਹਰ ਨਹੀਂ ਆਉਣਾ ਚਾਹੁੰਦੀ, ਪਰ ਮੈਂ ਮਰਨਾ ਵੀ ਨਹੀਂ ਚਾਹੁੰਦੀ। ਮੈਨੂੰ ਮਾਰਿਆ ਨਾ ਜਾਵੇ, ਮੈਨੂੰ ਫਾਂਸੀ ਨਾ ਲਾਇਆ ਜਾਵੇ। ਇੱਕ ਬੜੀ ਜਿਹੜੀ ਜ਼ਿਕਰਯੋਗ ਗੱਲ ਹੈ ਕਿ ਜੇ ਉਹਨੂੰ ਫਾਂਸੀ ਲੱਗੀ ਤੇ ਭਾਰਤ ਇੱਕ ਅਜਿਹਾ ਮੁਲਕ ਹੋਊਗਾ ਜਿਹਨੇ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਪਹਿਲੀ ਵਾਰੀ ਕਿਸੇ ਔਰਤ ਨੂੰ ਫਾਂਸੀ ਦਿੱਤੀ ਜਾ ਰਹੀ। ਫਾਂਸੀ ਦੇਣਾ ਕ੍ਰਾਈਮ ਤਾਂ ਕ੍ਰਾਈਮ ਹੈ, ਪਰ ਫਾਂਸੀ ਦੇਣ ਦੇ ਮੈਂ ਵੀ ਹੱਕ 'ਚ ਨਹੀਂ, ਭਾਵੇਂ ਉਹ ਕੋਈ ਹੋਵੇ। ਠੀਕ ਹੈ ਜੀ, ਕਿਸੇ ਨੂੰ ਜੀਣ ਦਾ ਹੱਕ ਖੋਣਾ ਜਿਹੜਾ ਉਹ ਗਲਤ ਹੈ। ਜੇ ਅਸੀਂ ਕਹਿੰਦੇ ਆ ਕਿ ਉਹਨੇ ਫਲਾਣਾ ਬੰਦਾ ਮਾਰਤਾ, ਜੇ ਉਹਨੇ ਕ੍ਰਾਈਮ ਕੀਤਾ, ਤੁਸੀਂ ਵੀ ਤਾਂ ਕ੍ਰਾਈਮ ਹੀ ਕਰ ਰਹੇ ਹੋ, ਤੁਸੀਂ ਵੀ ਤਾਂ ਬੰਦਾ ਮਾਰ ਰਹੇ ਹੋ, ਉਹਦੀ ਸਜ਼ਾ ਹੋਰ ਹੋ ਸਕਦੀ। ਠੀਕ ਹੈ, ਉਹਦੀ ਸਜ਼ਾ ਇਸ ਤਰੀਕੇ ਦੀ ਹੋਵੇ ਜਿਹੜੀ ਸਮਾਜ ਨੂੰ ਸੇਧ ਮਿਲੇ, ਇਹ ਨਾ ਹੋਵੇ ਕਿ ਸਮਾਜ ਉਹਨੂੰ ਭੁੱਲ ਜਾਵੇ। ਠੀਕ ਹੈ ਜੀ, ਜੇ ਇਸ ਗੱਲ ਨੂੰ ਭੁੱਲ ਹੀ ਗਿਆ ਕੋਈ ਕਿ ਇਦਾਂ ਦੀ ਘਟਨਾ ਕੋ ਵਾਪਰੀ ਸੀ ਤੇ ਉਹਦਾ ਕੀ ਫਾਇਦਾ। ਹਾਂ, ਜੇ ਕੱਲ ਨੂੰ ਸਰਕਾਰਾਂ ਇਸ ਗੱਲ ਨੂੰ ਵੀ ਇਤਿਹਾਸ ਦਾ ਹਿੱਸਾ ਬਣਾਉਣਾ ਚਾਹੁੰਦੀਆਂ, ਕਿਤਾਬਾਂ ਦੇ ਵਿੱਚ, ਜਿੱਦਾਂ ਉਹ ਤਾਮਿਲਨਾਡੂ ਦੀ ਗੱਲ ਆਪਾਂ ਕੀਤੀ ਹੈ, ਚੇਨਈ ਦੀ, ਤੇ ਉੱਥੇ 26 ਜਨਵਰੀ ਦੀ ਘਟਨਾ ਬਾਰੇ ਲੈਟਰ ਡਿਊਟੀਟਰ ਰਖਵਾਇਆ ਜਾ ਰਿਹਾ, ਹੋ ਸਕਦਾ ਇਦਾਂ ਦੀ ਗੱਲਾਂ ਇਹਦੇ ਬਾਰੇ ਵੀ ਜੁੜਨ, ਕੱਲ ਨੂੰ ਲੈਟਰ ਡਿਊਟੀਟਰ ਇਹ ਵੀ ਹੋਵੇ। ਠੀਕ ਹੈ ਜੀ, ਪਰ ਮੈਂ ਫਾਂਸੀ ਲਾਉਣ ਦੇ ਹੱਕ 'ਚ ਨਹੀਂ, ਸਜ਼ਾ ਦੇ ਹੱਕ 'ਚ ਜ਼ਰੂਰ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਹਮੇਸ਼ਾ ਸਾਡੇ ਦਰਸ਼ਕਾਂ ਨੂੰ ਨਵੀਆਂ ਭਾਰਤ ਦੀਆਂ ਖਬਰਾਂ ਦੇ ਨਾਲੋਂ ਜਾਣੂ ਕਰਾਉਂਦੇ ਆ। ਤੁਹਾਡਾ ਬਹੁਤ ਮਿਹਰਬਾਨੀ ਭਿੰਡਰ ਸਾਹਿਬ, ਤੁਸੀਂ ਟਾਈਮ ਲਈ ਮੈਨੂੰ ਬੁਲਾਇਆ, ਇੱਥੇ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ, ਮੈਂ ਤੁਹਾਡਾ ਸ਼ੁਕਰਗੁਜ਼ਾਰ। ਇਹ ਸਨ ਸਰਦਾਰ MP ਸਿੰਘ ਜੀ, ਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜੇ ਰਹਿੰਦੇ ਹੋ ਵੌਇਸ ਆਫ ਇੰਡੀਆ ਮੀਡੀਆ ਦੀ ਟੀਮ ਦੇ ਨਾਲ। ਜੇਕਰ ਤੁਹਾਡੀਆਂ ਕੋਈ ਵੀ ਟਿੱਪਣੀਆਂ ਜਾਂ ਤੁਸੀਂ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਦੇ ਰੂਪ ਦੇ ਵਿੱਚ ਸਾਨੂੰ ਤੁਸੀਂ ਇਨਬਾਕਸ ਕਰ ਸਕਦੇ ਹੋ। ਤਦ ਤੱਕ ਦੇ ਲਈ ਨਵੀਆਂ ਜਾਣਕਾਰੀਆਂ ਜਦੋਂ ਤੱਕ ਅਸੀਂ ਪਹੁੰਚਾਈਏ ਤੁਹਾਡੇ ਕੋਲ, ਤਦ ਤੱਕ ਦੇ ਲਈ ਸਾਡੀ ਟੀਮ ਨੂੰ ਤੁਸੀਂ ਦਿਓ ਆਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼।